छोटे ही एक MLA साहब ने अजकल तो कोने जे ते बहिंदे आ बिल्कुल ही जिथे छिक्का वजदा उत्थे बैठे आ। ਉਹ ਬੜੀ ਉੱਚੀ ਉੱਚੀ ਕਹਿੰਦੇ ਸੀ ਜਦੋਂ ਤੁਹਾਡੀ ਟਰੈਕਟਰ ਸੋਫਾ ਰੈਲੀ ਹੋਈ ਸੀ ਉਹਦੇ ਚ ਕਹਿੰਦੇ ਸੀ ਕਿ MSP ਸੂਬਾ ਸਰਕਾਰ ਦੇਵੇ। ਅੱਜ ਉਹ ਭਾਈ ਸਾਹਿਬ ਵੀ ਨਹੀਂ ਬੋਲੇ, ਦੁੱਧ ਤੇ ਬੋਲੀ ਗਏ, ਉਹ ਤੇ ਆਏ ਨਹੀਂ। ਕਣਕ ਦੇ ਮੈਂ ਕਿਹਾ ਝੋਨਾ ਕਣਕ ਵੀ ਬੋਲਦੇ ਮਗਰ ਲੱਗਦਾ ਅੱਜ ਕੁਛ ਸੀਗਾ ਆਪਸ ਚ CM ਸਾਹਿਬ ਦੇ ਉਹਨਾਂ ਦਾ ਪਿਆਰ। ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਰਸਤਾ ਲੱਭ ਲਿਆ ਤੇ ਲੋਕਾਂ ਦੀ ਅੱਖਾਂ 'ਚ ਘੱਟਾ ਪਾਤਾ। ਔਰ ਦੇਖੋ ਇਹੀ ਅਫਸੋਸ ਹੈ ਕਿ ਮੂਰਖ ਕਿਵੇਂ ਬਣਾਇਆ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ। ਉਹਨੂੰ ਰੀਟਵੀਟ ਕੌਣ ਕਰ ਰਿਹਾ? ਰਵੀਨ ਠਕਰਾਲ ਸਾਹਿਬ ਕਰ ਰਹੇ ਆ। ਸਭ ਨਾਲ ਹੋ ਗਏ, ਇਤਨਾ ਬੁੱਧੂ ਨਾ ਬਣਾਓ। ਅਸੀਂ ਇਸੇ ਲਈ ਤੁਹਾਡੇ ਕੋਲ ਅੱਜ ਆਏ ਆ ਕਿਉਂਕਿ ਨਾ ਤੁਹਾਨੂੰ ਅੰਦਰ ਆਉਣ ਦਿੱਤਾ। ਜਿਆਦਾ ਤੁਸੀਂ ਆ ਜਾਂਦੇ ਤੇ ਸਪਸ਼ਟ ਹੋ ਜਾਣੇ। ਕੈਮਰਾ ਪਤਾ ਨਹੀਂ ਕਦੋਂ ਚੱਲਿਆ ਕਦੋਂ ਬੰਦ ਹੋਇਆ, ਤੁਹਾਨੂੰ ਕੀ ਪਤਾ। ਮਗਰ ਅੰਦਰ ਦੀਆਂ ਸਾਰੀਆਂ ਜਿਹੜੀਆਂ ਇਹਨਾਂ ਦੀਆਂ ਚੋਰ ਮੋਰੀਆਂ ਸੀ ਸਾਨੂੰ ਪੁੱਛ ਲਓ, ਅਸੀਂ ਸਭ ਦੱਸ ਦਿਆਂਗੇ ਤੁਹਾਨੂੰ। ਪੰਜਾਬ ਦੇ ਲੋਕਾਂ ਦੀ ਇੱਕ ਗੱਲ ਦੀ ਬਹੁਤ ਵੱਡੀ ਜਿੱਤ ਹੋਈ ਕਿ ਜਿਹੜੀ ਪੰਜਾਬ ਦੀ ਸਰਕਾਰ ਸੈਸ਼ਨ ਬੁਲਾਉਣ ਤੋਂ ਭੱਜ ਰਹੀ ਸੀ, ਬਿੱਲ ਪੇਸ਼ ਕਰਨ ਤੋਂ ਸੈਂਟਰ ਦੇ ਖਿਲਾਫ ਲੱਤਾਂ ਪਿੱਛੇ ਨੂੰ ਖਿੱਚ ਰਹੀ ਸੀ, ਲੋਕਾਂ ਦੇ ਰੋਹ ਅੱਗੇ ਝੁਕਦਿਆਂ ਹੋਇਆਂ ਔਰ ਜੋ ਅਲਟੀਮੇਟਮ ਪੰਜਾਬ ਦੇ ਕਿਸਾਨਾਂ ਨੇ, ਖੇਤ ਮਜ਼ਦੂਰਾਂ ਨੇ, 3 ਕਰੋੜ ਆਬਾਦੀ ਨੇ ਜੋ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਸਰਕਾਰ ਨੂੰ ਦਿੱਤਾ, ਉਹਦੇ ਕਰਕੇ ਉਹਨਾਂ ਨੂੰ ਪਿੱਛੇ ਵੀ ਹਟਣਾ ਪਿਆ, ਯੂ ਟਰਨ ਵੀ ਲੈਣਾ ਪਿਆ। ਤੁਹਾਨੂੰ ਯਾਦ ਹੋਊਗਾ ਕਿ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਦੀ ਧਰਤੀ ਤੇ ਜਦ ਕੈਪਟਨ ਅਮਰਿੰਦਰ ਸਿੰਘ ਨਤਮਸਤਕ ਹੋਣ ਗਏ ਸਨ, ਉੱਥੇ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਸੀ ਕਿ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਦਿੱਲੀ ਕੇਂਦਰ ਦੇ ਇਹਨਾਂ ਕਾਨੂੰਨਾਂ ਨੂੰ ਰੱਦ ਕਰੋਗੇ ਕਿ ਨਹੀਂ ਕਰੋਗੇ? ਤੇ ਉਹਨਾਂ ਦਾ ਸਿੱਧਾ ਹੀ ਜਵਾਬ ਸੀ ਕਿ ਪੰਜਾਬ ਦੀ ਵਿਧਾਨ ਸਭਾ ਕੁਝ ਨਹੀਂ ਕਰ ਸਕਦੀ। ਮਗਰ ਜਦੋਂ ਲੋਕਾਂ ਦਾ ਦਬਾਅ ਪਿਆ ਤੇ ਉਹ ਤੋਂ ਪਿੱਛੇ ਹਟਣਾ ਪਿਆ। ਔਰ ਅੱਜ ਅਸਲ ਜਿੱਤ ਪੰਜਾਬ ਦੇ 3 ਕਰੋੜ ਆਵਾਮ ਦੀ ਹੋਈ ਹੈ। ਪੰਜਾਬ ਦੇ ਕਿਸਾਨ, ਖੇਤ ਮਜ਼ਦੂਰ, ਆੜ੍ਹਤੀਏ, ਵਪਾਰੀ ਦੀ ਹੋਈ ਹੈ ਕਿ ਸਰਕਾਰ ਨੂੰ, ਪੰਜਾਬ ਦੀ ਸਰਕਾਰ ਨੂੰ ਬਿੱਲ ਵੀ ਲਿਆਉਣੇ ਪਏ। ਔਰ ਤਿੰਨੇ ਬਿੱਲਾਂ 'ਚ ਇਸ ਗੱਲ ਦੀ ਮੈਂ ਜ਼ਰੂਰ ਤੁਹਾਨੂੰ ਦੱਸ ਦਿਆਂ ਕਿ ਤਿੰਨੇ ਬਿੱਲ ਜਿਹੜੇ ਮੋਦੀ ਸਰਕਾਰ ਦੇ ਕਾਲੇ ਕਾਨੂੰਨ ਸਨ, ਉਹਦੇ ਖਿਲਾਫ ਇੱਕ ਰੈਜ਼ੋਲੂਸ਼ਨ ਤੇ 3 ਬਿੱਲ ਜਿਹੜੇ ਉਹਨਾਂ ਦੇ ਐਸੈਂਸ਼ੀਅਲ ਕਮੋਡਿਟੀਜ਼ ਤੇ ਦੂਜੇ ਕੰਟਰੈਕਟ ਫਾਰਮਿੰਗ ਵਾਲਾ, ਪ੍ਰਾਈਵੇਟ ਮੰਡੀਆਂ ਵਾਲਾ, ਉਹਦੇ 'ਚ ਤਿੰਨੇ 115 ਵਿਧਾਇਕਾਂ ਦੀ, 117 ਚੋਂ 115 ਵਿਧਾਇਕਾਂ ਦੀ ਉਹਦੇ ਤੇ ਸਰਬਸੰਮਤੀ ਸੀ। ਜਿੱਥੇ ਤਾਂ ਦਿੱਲੀ ਦੇ ਖਿਲਾਫ ਲੜਾਈ ਹੈ, ਅੱਜ ਪੰਜਾਬ ਦੇ ਸਾਰੀ ਪਾਰਟੀਆਂ ਨੇ ਇਕਜੁੱਟਤਾ ਦਾ ਸਬੂਤ ਦਿੱਤਾ। ਮਗਰ ਅੱਜ ਅਸੀਂ ਜਿੱਥੇ ਸਰਬਸੰਮਤੀ ਨਾਲ ਉਹ ਬਿੱਲ ਪਾਸ ਕੀਤੇ, ਦੁੱਖ ਇਸ ਗੱਲ ਦਾ ਹੋਇਆ ਕਿ ਪਾਸ ਕਰਨ ਤੋਂ ਪਹਿਲਾਂ ਕੱਲ ਵੀ ਜਿਹੜੀ ਅਸੀਂ ਗੱਲ ਕਰਦੇ ਸੀ, ਅੱਜ ਮੈਂ ਉਹ ਗੱਲ ਫੇਰ ਦੁਹਰਾਉਣਾ। ਮੈਂ ਇਹ ਗੱਲ ਕਹੀ ਸੀ ਕਿ ਬਿੱਲ ਜਿਹੜੇ ਵੀ ਤੁਸੀਂ ਲਿਆ ਰਹੇ ਹੋ ਉਹ ਪਬਲਿਕ ਡੋਮੇਨ 'ਚ ਰੱਖੋ, ਸੋ ਦੈਟ ਸਾਰੇ ਪੰਜਾਬੀ ਇਸ ਨੂੰ ਓਨ ਕਰਨ ਔਰ ਇਹਦੇ 'ਚ ਕੋਈ ਕਮੀ ਪੇਸ਼ੀ ਹੋਵੇ ਉਹ ਦਰੁਸਤ ਕੀਤੀ ਜਾ ਸਕੇ। ਮਗਰ ਪਤਾ ਨਹੀਂ ਕੀ ਕਾਰਨ ਰਹੇ ਹੈ, ਕੈਪਟਨ ਅਮਰਿੰਦਰ ਸਿੰਘ ਦੀ, ਕਾਂਗਰਸ ਦੀ ਕੀ ਮਜਬੂਰੀ ਰਹੀ ਹੈ ਕਿ ਬਿੱਲ ਸਾਨੂੰ 10 ਵਜੇ ਵਿਧਾਨ ਸਭਾ 'ਚ ਮਿਲੇ। ਅਸੀਂ ਆਪਣੀ ਅਕਲ ਦੇ ਮੁਤਾਬਕ ਔਰ ਜੋ ਵੱਧ ਤੋਂ ਵੱਧ ਸਲਾਹ ਮਸ਼ਵਰਾ ਆਪਸ 'ਚ ਸਾਡੇ ਵਿਧਾਨਕਾਰ ਕਰ ਸਕਦੇ ਸੀ ਅਸੀਂ ਕਰਕੇ, ਕਿਉਂਕਿ ਦਿੱਲੀ ਦੇ ਖਿਲਾਫ ਸਾਡੀ ਲੜਾਈ ਬੜੀ ਕਲੀਅਰ ਸੀ, ਦਿੱਲੀ ਦੇ ਕਾਨੂੰਨ ਰੱਦ ਹੋਣੇ ਚਾਹੀਦੇ, ਉਹ 'ਚ ਅਸੀਂ ਇਕੱਠੇ ਸੀ। ਮਗਰ ਪੰਜਾਬ ਦੇ ਕਿਸਾਨ ਦਾ, ਪੰਜਾਬ ਦੇ ਖੇਤ ਮਜ਼ਦੂਰ ਦਾ, ਪੰਜਾਬ ਦੇ ਆੜ੍ਹਤੀਏ ਦਾ ਨੁਕਸਾਨ ਨਾ ਹੋਵੇ, ਉਹਦੇ ਵਾਸਤੇ
ਅਸੀਂ ਪੰਜਾਬ ਸਰਕਾਰ ਨੂੰ ਇਹ ਗੱਲ ਕਹੀ ਕਿ ਤੁਸੀਂ ਦਿੱਲੀ ਤਾਂ ਕਹਿਤਾ ਕਿ ਅਸੀਂ ਇਹ ਕਾਨੂੰਨਾਂ ਨੂੰ ਮੰਨਦੇ ਨਹੀਂ। ਜੇ ਦਿੱਲੀ ਕੱਲ ਖਰੀਦ ਨਹੀਂ ਕਰੂਗੀ ਤੇ ਪੰਜਾਬ ਦਾ ਕਿਸਾਨ ਜਾਂ ਪੰਜਾਬ ਦਾ ਖੇਤ ਮਜ਼ਦੂਰ ਨਹੀਂ ਸਫਰ ਕਰਨਾ ਚਾਹੀਦਾ। ਇਸ ਲਈ ਤੁਸੀਂ ਇੰਸ਼ੋਰ ਅੱਜ ਇਹ ਵੀ ਕਰੋ, ਕਿਉਂਕਿ ਇੰਸ਼ੋਰ ਕਿਹਨੇ ਕਰਨਾ? ਸਮੇਂ ਦੀਆਂ ਸਰਕਾਰਾਂ ਨੇ, ਜਾਂ ਕੇਂਦਰ ਤੇ ਜਾਂ ਪੰਜਾਬ। ਕੇਂਦਰ ਤਾਂ ਉਲਟ ਹੋ ਗਈ ਹੈ ਤੇ ਰਹਿ ਗਈ ਪੰਜਾਬ ਦੀ, ਕਿ ਜਿਹੜੀ MSP ਹੈ, ਕਿਉਂਕਿ ਇਹਨਾਂ ਨੇ ਲਿਖ ਕੇ ਦਿੱਤਾ ਕਿ ਮਿਨੀਮਮ ਸਪੋਰਟ ਪ੍ਰਾਈਸ ਦਿੱਲੀ ਦਵੇ। ਮੈਂ ਕਿਹਾ ਜੇ ਦਿੱਲੀ ਨਹੀਂ ਦਿੰਦੀ ਫਿਰ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ। ਅੱਜ ਅਸ਼ੋਰ ਕਰੋ ਕਿ ਚਾਹੇ ਉਹ ਕਣਕ ਹੈ, ਚਾਹੇ ਉਹ ਝੋਨਾ ਹੈ, ਚਾਹੇ ਉਹ ਮੱਕੀ ਹੈ, ਚਾਹੇ ਉਹ ਕਾਟਨ ਹੈ, ਨਰਮਾ ਹੈ, ਤੇ ਚਾਹੇ ਉਹ ਹੋਰ ਫਸਲਾਂ ਨੇ 22 ਫਸਲਾਂ, ਉਹਦੇ 'ਚ ਕਿਸਾਨ ਨਹੀਂ ਸਫਰ ਕਰੂਗਾ, ਪੰਜਾਬ ਦਾ ਵਸਨੀਕ ਨਹੀਂ ਸਫਰ ਕਰੂਗਾ, ਪੰਜਾਬੀ ਨਹੀਂ ਸਫਰ ਕਰੂਗਾ। ਮਗਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹਦੇ ਤੇ ਕਿਸੇ ਤਰੀਕੇ ਦੀ ਅਸ਼ੋਰੈਂਸ ਕੈਪਟਨ ਅਮਰਿੰਦਰ ਸਿੰਘ ਜੀ ਨੇ ਨਹੀਂ ਦਿੱਤੀ। ਦੂਜੀ ਗੱਲ ਦਾ ਮੈਨੂੰ ਦੁੱਖ ਵੀ ਹੋਇਆ, ਬਾਹਰ ਤਾਂ ਇਹ ਖਬਰ ਚੱਲ ਪਈ ਕਿ ਮੈਂ ਅਸਤੀਫਾ ਦੇ ਦੂੰਗਾ, ਮਗਰ ਅਸਤੀਫੇ ਦੇਣ ਦੀ ਅਸਤੀਫਾ ਤਾਂ ਸਾਰੇ ਵਿਧਾਨਕਾਰ ਇਸ ਗੱਲ 'ਚ ਇਕੱਠੇ ਨੇ ਕਿ ਜੇ ਦਿੱਲੀ ਦੇ ਖਿਲਾਫ ਲੜਾਈ ਲੜਨੀ ਹੈ ਅਸੀਂ ਸਾਰੇ ਅਸਤੀਫਾ ਦੇਣ ਨੂੰ ਤਿਆਰ ਹੈ। ਅਸਤੀਫੇ ਤੋਂ ਕੋਈ ਪਿੱਛੇ ਨਹੀਂ ਕਰਦਾ। ਅਸੀਂ ਸਾਰਿਆਂ ਨੇ ਪੇਸ਼ਕਸ਼ੀ ਰੱਖਤੀ, ਦਿੱਲੀ ਦੀ ਲੜਾਈ ਦੇ ਖਿਲਾਫ ਸਾਨੂੰ ਜਿੱਥੇ ਤੱਕ ਜਾਣਾ ਪਊਗਾ ਅਸੀਂ ਪਵਾਂਗੇ। ਮਗਰ ਪੰਜਾਬ ਦੀ ਸਰਕਾਰ ਵੀ ਲੋਕਾਂ ਦੀ ਚੁਣੀ ਸਰਕਾਰ ਹੈ, ਉਹਨਾਂ ਨੂੰ ਵੀ ਪੰਜਾਬ ਦੇ ਲੋਕਾਂ ਦੇ ਇੰਟਰਸਟ ਨੂੰ ਸੇਫਗਾਰਡ ਕਰਨਾ ਪਊਗਾ। ਉਹ ਆਪਦੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ। ਔਰ ਜੇ ਤੁਸੀਂ ਅੱਜ ਟਕਰਾਰ ਦੀ ਸਥਿਤੀ ਦਿੱਲੀ ਨਾਲ ਪੈਦਾ ਕਰਤੀ ਹੈ, ਦੈਨ ਤੁਸੀਂ ਆਪਣੀ ਰਿਸਪੌਂਸਿਬਿਲਿਟੀ ਤੋਂ ਨਾ ਭੱਜੋ। ਔਰ ਦੁੱਖ ਦੀ ਗੱਲ ਇਹ ਹੋਈ ਕਿ ਜੋ ਗੱਲ ਖਟਕਰ ਕਲਾ 'ਚ ਆਖੀ ਸੀ ਉਹੀ ਗੱਲ ਅੱਜ ਫੇਰ ਆਖਤੀ ਕਿ ਮੈਂ ਬਿੱਲ ਤਾਂ ਲੈ ਆਇਆ, ਮਗਰ ਇਹਦੀ ਮਨਜ਼ੂਰੀ ਗਵਰਨਰ ਸਾਹਿਬ ਦੇਣਗੇ ਫੇਰ ਹੀ ਹੈ। ਔਰ ਫਿਰ ਅਸੀਂ ਸ਼੍ਰੋਮਣੀ ਅਕਾਲੀ ਦਲ ਨੇ ਇਹ ਵੀ ਖਦਸ਼ਾ ਉਠਾਈ ਕਿ ਗਵਰਨਰ ਸਾਹਿਬ ਇਕੱਲੇ ਨਹੀਂ, ਜੇ ਗਵਰਨਰ ਸਾਹਿਬ ਮਨਜ਼ੂਰੀ ਦੇ ਵੀ ਦੇਣਗੇ ਫਿਰ ਰਾਸ਼ਟਰਪਤੀ ਸਾਹਿਬ ਕੋਲ ਜਾਣਾ, ਕਿਉਂਕਿ ਜਿਹੜੇ ਮੁੱਦੇ ਤੁਸੀਂ ਉਠਾਏ ਆ ਉਹ ਕਨਕਰੈਂਟ ਲਿਸਟ 'ਚ ਨੇ। ਤੁਸੀਂ ਸਟੇਟ ਸਬਜੈਕਟ, ਤੁਹਾਡੇ ਕੋਲ ਐਗਰੀਕਲਚਰ ਸੀ, ਤੁਸੀਂ ਐਗਰੀਕਲਚਰ ਦੇ ਉੱਤੇ ਕੋਈ ਫੈਸਲਾ ਕਰਦੇ ਔਰ ਗਵਰਨਰ ਸਾਹਿਬ ਤੱਕ ਭੇਜਦੇ ਤੇ ਗਵਰਨਰ ਸਾਹਿਬ ਤੋਂ ਮਨਜ਼ੂਰੀ ਮਿਲ ਜਾਣੀ ਸੀ, ਕਿਉਂਕਿ ਐਗਰੀਕਲਚਰ ਸਟੇਟ ਸਬਜੈਕਟ। ਮਗਰ ਕਿਉਂਕਿ ਇਹਨਾਂ ਨੇ ਕਨਕਰੈਂਟ ਲਿਸਟ ਵਾਲੇ ਟ੍ਰੇਡ ਐਂਡ ਕਮਰਸ ਵਾਲੀ ਗੱਲ ਕੀਤੀ, ਸਾਰੀ ਗੱਲ ਗਵਰਨਰ ਸਾਹਿਬ ਦੀ ਮਨਜ਼ੂਰੀ ਤੇ ਦਿੱਲੀ ਦੀ ਮਨਜ਼ੂਰੀ ਤੇ ਪਾਤੀ। ਮਤਲਬ ਰਾਸ਼ਟਰਪਤੀ ਸਾਹਿਬ ਜੇ ਇਹਨੂੰ ਸਾਈਨ ਕਰਨ। ਹੁਣ ਮੇਰੇ ਵੀਰੋ ਪੰਜਾਬੀਓ ਇੱਕ ਗੱਲ ਸਮਝ ਲਿਓ, ਕੋਈ ਤੁਹਾਨੂੰ ਅੱਜ ਕਵੇ ਮੈਂ ਐਜ਼ ਸ਼੍ਰੋਮਣੀ ਅਕਾਲੀ ਦਲ ਐਜ਼ ਜ਼ਿੰਮੇਵਾਰ ਤੁਹਾਡੀ ਪਾਰਟੀ ਹੋਣ ਦੇ ਨਾਤੇ ਤੁਹਾਨੂੰ ਅਸਲੀਅਤ ਦੱਸ ਰਹੇ ਹਾਂ ਕਿ ਦਿੱਲੀ ਦੇ ਖਿਲਾਫ ਲੜਾਈ ਅਸੀਂ ਇਕੱਠੇ ਹਾਂ। ਮਗਰ ਜੇ ਕੋਈ ਅੱਜ ਤੁਹਾਨੂੰ ਭੁਲੇਖਾ ਪਾਵੇ ਇਸ ਗੱਲ ਦਾ ਕਿ ਲੜਾਈ ਜਿੱਤੀ ਗਈ ਹੈ, ਲੜਾਈ ਜਿੱਤੀ ਨਹੀਂ ਗਈ। ਅੱਜ ਲੜਾਈ ਸ਼ੁਰੂ ਹੋਈ ਹੈ, ਅੱਜ ਸ਼ੁਰੂਆਤ ਹੈ। ਔਰ ਇਹ ਲੜਾਈ ਦੀ ਸ਼ੁਰੂਆਤ ਇਸ ਲਈ ਮੈਂ ਕਹਿ ਰਿਹਾ ਕਿਉਂਕਿ ਜੇ ਗਵਰਨਰ ਅਸੈਂਟ ਨਹੀਂ ਮਿਲਦਾ ਤੇ ਆਪਾਂ ਉਸੇ ਮੋੜ ਤੇ ਖਲੋਤੇ ਆ ਜਿਸ ਮੋੜ ਤੇ ਅਸੀਂ ਕੱਲ ਖਲੋਤੇ ਸੀ, ਜਿਸ ਮੋੜ ਤੇ ਜਿਸ ਦਿਨ ਇਹ ਆਰਡੀਨੈਂਸ ਦਿੱਲੀ 'ਚ ਪਾਸ ਹੋਇਆ ਉੱਥੇ ਖਲੋਤੇ ਸੀ। ਔਰ ਜੇ ਰਾਸ਼ਟਰਪਤੀ ਸਾਹਿਬ ਨੇ, ਜੇ ਗਵਰਨਰ ਸਾਹਿਬ ਦੇ ਵੀ ਦਿੰਦੇ ਤੇ ਰਾਸ਼ਟਰਪਤੀ ਮਨਜ਼ੂਰੀ ਨਹੀਂ ਦਿੰਦੇ ਤਾਂ ਵੀ ਮਤਲਬ ਵੀ ਆਰ ਬੈਕ ਟੂ ਸਕੁਆਇਰ ਵਨ। ਅਸੀਂ ਵਾਪਸ ਜੋ ਸਥਿਤੀ ਪਹਿਲਾਂ ਸੀ ਉਹੀ ਸਥਿਤੀ ਅੱਜ ਹੈ ਕਿ ਕਾਲੇ ਕਾਨੂੰਨ ਪੰਜਾਬ ਤੇ ਲਾਗੂ ਰਹਿਣਗੇ। ਇਸ ਲਈ ਕੋਈ ਤੁਹਾਨੂੰ ਇਸ ਗੱਲ 'ਚ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰੇ, ਉਸ ਭੁਲੇਖੇ 'ਚ ਨਹੀਂ ਆਉਣਾ ਬਣਦਾ। ਔਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲ ਦੀ ਕਲੈਰਿਟੀ ਅਸੀਂ ਸਾਰਿਆਂ ਨੇ ਮੰਗੀ ਸੀ ਕਿ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੋ ਕਿ ਅੱਜ ਮੈਦਾਨ ਫਤਿਹ ਹੋ ਗਿਆ, ਦੂਜੇ ਪਾਸੇ ਨਾਲ ਹੀ ਉਹਨਾਂ ਦੇ ਭਾਸ਼ਣ 'ਚ ਇਹ ਗੱਲ ਤੁਸੀਂ ਕਹਿ ਰਹੇ ਹੋ ਕਿ ਹੁਣ ਤਾਂ ਰਾਸ਼ਟਰਪਤੀ ਜਾਂ ਗਵਰਨਰ ਦੀ ਮਰਜ਼ੀ। ਇਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਜਾਂ ਮੂਰਖ ਨਹੀਂ ਬਣਾਉਣਾ ਚਾਹੀਦਾ, ਅਸਲੀਅਤ ਦੱਸਣੀ ਚਾਹੀਦੀ ਕਿ ਹਾਂ ਅਸੀਂ ਕਾਲੇ ਕਾਨੂੰਨ ਰੱਦ ਕਰਤੇ। ਪੰਜਾਬ ਸਰਕਾਰ ਦੀ ਜੋ ਜ਼ਿੰਮੇਵਾਰੀ ਸੀ MSP ਅਸ਼ੋਰਡ ਦੇਣ ਦੀ, ਉਹ ਜ਼ਿੰਮੇਵਾਰੀ ਪੰਜਾਬ ਸਰਕਾਰ ਨੇ ਨਹੀਂ ਚੁੱਕੀ ਔਰ ਲੜਾਈ ਅੱਜ ਸ਼ੁਰੂ ਹੋਈ ਹੈ, ਲੜਾਈ ਮੁੱਕੀ ਨਹੀਂ ਹੈ। ਇਸੇ ਤਰ੍ਹਾਂ ਜੋ ਦੂਜੀ ਮੰਗਾ ਸੀ ਕਿਸਾਨ ਜਥੇਬੰਦੀਆਂ ਦੀ ਸੀ, ਸਾਡੀ ਸੀ, ਸਭ ਦੀ ਸੀ ਕਿ 2006
ਦਾ ਜਿਹੜਾ ਕਾਨੂੰਨ ਇਹ ਲੈ ਕੇ ਆਏ ਸੀ ਉਹ ਰੱਦ ਕਰੋ। 2017 ਜੋ ਸੇਮ APMC ਐਕਟ ਪੰਜਾਬ ਸਰਕਾਰ ਲੈ ਕੇ ਆਈ ਸੀ ਉਹ ਰੱਦ ਕਰੋ। ਮੇਰੇ ਕਿਸੇ ਕਾਂਗਰਸੀ ਵੀਰ ਨੇ ਕਿਹਾ ਕਿ 2013 ਵੀ ਰੱਦ ਕਰ ਦਿਓ। ਮੈਂ ਕਿਹਾ ਬਿਲਕੁਲ ਕਰ ਦਿਓ ਜੀ, ਤੁਹਾਡੀ ਸਰਕਾਰ ਹੈ, ਮਗਰ ਇਹ ਵੀ ਸਰਬਸੰਮਤੀ ਨਾਲ ਰੱਦ ਕਰ ਦਿਓ ਜਿਹੜੇ ਉਹਨਾਂ ਨੇ ਨਹੀਂ ਕੀਤੇ, ਕਿਉਂਕਿ ਹਲੇ ਵੀ ਜੇ ਉਹ APMC ਐਕਟ ਜਾਂ ਟ੍ਰੇਡਿੰਗ ਪ੍ਰਾਈਵੇਟ ਮੰਡੀ ਇਹ ਸਾਰੇ ਕਾइंडली मैं रिपीट कर रहा ਇੱਕੋ ਲਾਇਸੈਂਸ ਸਾਰੇ ਪੰਜਾਬ ਲਈ, ਪਲੇਟਫਾਰਮ ਤੇ ਟ੍ਰੇਡਿੰਗ, ਡਾਇਰੈਕਟ ਮਾਰਕੀਟਿੰਗ, ਪ੍ਰਾਈਵੇਟ ਯਾਰਡ। ਜੇ ਦਿੱਲੀ ਦੇ ਤਾਂ ਰੱਦ ਕਰਤੇ ਮਗਰ ਪੰਜਾਬ ਦੇ ਹਲੇ ਵੀ ਇਹਨਾਂ ਨੇ ਚੱਲਦੇ ਰੱਖ ਲਏ ਜਿਹੜੇ ਅਸੀਂ ਕਿਹਾ ਸੀਗਾ ਕਿ ਇਹ ਰੱਦ ਕਰੋ। ਦੂਜੀ ਅਖੀਰਲੀ ਜਿਹੜੀ ਮੋਸਟ ਇੰਪੋਰਟੈਂਟ ਗੱਲ ਹੈ ਕਿ ਅਸੀਂ ਸਾਰਿਆਂ ਨੇ ਕਿਹਾ ਸੈਸ਼ਨ ਦੀ ਬੁਨਿਆਦ ਇੱਕ ਦਿਨ ਵੱਧ ਗਈ ਹੈ, ਤੁਸੀਂ ਬਿੱਲ ਪੇਸ਼ ਕਰ ਲਿਆ ਅੱਜ, ਪੰਜਾਬ ਦੇ ਲੋਕ ਇਹਨੂੰ ਵੇਖ ਲੈਣ, ਇਹਨੂੰ ਸਮਝ ਲੈਣ, ਇਹਦੇ ਤੇ ਆਪਣੀ ਰਾਏ ਦੇ ਦੇਣ। ਕਿਸਾਨ ਜਥੇਬੰਦੀਆਂ ਹੋਰ ਲੋਕ ਵੀ ਸਿਆਣੇ ਸੂਝਵਾਨ ਇਕੋਨੋਮਿਸਟ, ਔਰ ਕੱਲ ਪਾਸ ਕਰ ਲਿਓ ਕਿਉਂਕਿ ਕੱਲ ਸਵੇਰ ਤੱਕ ਹੋਰ ਵੀ ਇਸਲਾਹ ਮਸ਼ਵਰੇ ਆ ਜਾਣਗੇ। ਜੇ ਕੋਈ ਤਬਦੀਲੀ ਕਰਨ ਦੀ ਲੋੜ ਹੈ ਉਹ ਹੋ ਜਾਏ, ਕਿੱਥੇ ਪਾਣੀਆਂ ਵਾਲੀ ਗਲਤੀ ਨਾ ਦੁਹਰਾਈ ਜਾਵੇ। ਅੱਜ ਵੀ ਹਾਲ ਤੁਸੀਂ ਵੇਖ ਹੀ ਰਹੇ ਹੋ ਪਾਣੀਆਂ ਦਾ, ਕਿ ਇੱਕ ਪਾਸੇ ਕਹਿ ਤਾਂ ਦਿੰਦੇ ਆ ਕਿ ਅਸੀਂ 2005 ਚ ਵੱਡਾ ਫੈਸਲਾ ਲੈ ਲਿਆ, ਮਗਰ ਹੋਇਆ ਕਿ ਜਿੰਨਾ ਪਾਣੀ ਜਾਣਾ ਸੀ ਉਸ ਤੇ ਮੋਹਰ ਲਾਤੀ। ਹਰਿਆਣੇ ਨੂੰ ਵੀ ਜਾਊ, ਰਾਜਸਥਾਨ ਨੂੰ ਵੀ ਜਾਊ, ਦਿੱਲੀ ਨੂੰ ਵੀ ਜਾਊ, ਔਰ ਪਾਣੀ ਦਾ ਘਟ ਗਿਆ, ਆਪਣੇ ਬੇਸਨ 'ਚ ਪਾਣੀ ਘਟ ਗਿਆ, ਮਗਰ ਰਿਪੇਰੀਅਨ ਪ੍ਰਿੰਸੀਪਲ ਨੂੰ ਛਿੱਕੇ ਤੇ ਟੰਗ ਕੇ ਉੱਥੇ ਦੂਜੇ ਸੂਬਿਆਂ ਨੂੰ, ਗੁਆਂਢੀ ਸੂਬਿਆਂ ਨੂੰ ਪਾਣੀ ਦੇਣ ਤੇ ਅਸੀਂ ਮੋਹਰ ਲਾਤੀ। ਔਰ ਅੱਜ ਅਸੀਂ ਉਸ ਫੈਸਲੇ ਨੂੰ ਕਿਤੇ ਨਾ ਕਿਤੇ ਗਲਤੀ ਸਮਝ ਰਹੇ, ਠੀਕ ਨਹੀਂ ਸਮਝ ਰਹੇ। ਅੱਜ ਵੀ 16 ਸਾਲ ਬਾਅਦ ਪਾਣੀਆਂ ਦੇ ਮੁੱਦੇ ਤੇ ਲੜਾਈ ਜਾਰੀ ਹੈ। ਸੋ ਦੈਟ ਉਹ ਗਲਤੀਆਂ ਦੁਬਾਰਾ ਤੋਂ ਨਾ ਕਰੀਏ, ਇਸ ਲਈ ਅੱਜ ਦਾ ਸਾਡਾ ਸਾਰਿਆਂ ਦਾ ਜਿਹੜਾ ਇਹ ਫੈਸਲਾ ਹੋਇਆ ਸੀ ਉੱਥੇ ਵਿਧਾਨ ਸਭਾ 'ਚ ਇਹ ਸਾਰੀਆਂ ਗੱਲਾਂ ਉੱਥੇ ਹੋਈਆਂ। ਜਿੱਥੇ ਦਿੱਲੀ ਦੇ ਖਿਲਾਫ ਲੜਾਈ 'ਚ ਤਾਂ ਉਹਨਾਂ ਨੇ ਗੱਲ ਕਰਤੀ, ਮਗਰ ਜੋ ਪੰਜਾਬ ਸਰਕਾਰ ਦੀ ਜ਼ਿੰਮੇਵਾਰੀਆਂ ਸੀ ਪੰਜਾਬ ਦੇ ਲੋਕਾਂ ਪ੍ਰਤੀ, ਔਰ ਮੈਂ ਇਹ ਗੱਲ ਵੀ ਕੀਤੀ ਕਿ ਇਹ ਸਾਰੇ ਸਾਡੇ ਵਿਧਾਨਕਾਰਾਂ ਵੱਲੋਂ ਆਈ ਕਿ ਜਿਹੜੇ 8 ਜੀ ਕੁਰਬਾਨ ਹੋ ਗਏ ਇਸ ਅੰਦੋਲਨ 'ਚ ਉਹਨਾਂ ਦੇ ਪਰਿਵਾਰਾਂ ਨੂੰ 10 ਲੱਖ ਮਦਦ, ਕੰਪਨਸੇਸ਼ਨ ਸਤਿਕਾਰ ਵਜੋਂ, ਔਰ ਇੱਕ ਨੌਕਰੀ, ਔਰ ਨਾਲ ਹੀ ਜਿਹੜੇ 2017 ਦੇ ਕਾਂਗਰਸ ਦੇ ਮੈਨੀਫੈਸਟੋ ਦੇ ਵਾਅਦੇ ਸਨ ਕਰਜ਼ਾ ਮਾਫੀ ਦੇ, 5 ਕਿੱਲਿਆਂ ਤੋਂ ਘੱਟ ਵਾਲੇ ਨੂੰ ਇੱਕ ਨੌਕਰੀ, 10 ਲੱਖ ਸੁਸਾਈਡ ਵਾਲੇ ਪਰਿਵਾਰ ਨੂੰ ਤੇ ਇੱਕ ਨੌਕਰੀ, ਤੇ ਨਾਲ ਹੀ ਜੇ ਫਸਲ ਦੀ ਖਰਾਬੀ ਤੇ 20,000 ਰੁਪਈਆ। ਨਾਲ ਇਹਨਾਂ ਦੇ ਮੈਨੀਫੈਸਟੋ 'ਚ ਇੱਕ ਵਾਅਦਾ ਸੀ ਕਿ ਜੇ ਕਿਸੇ ਦੀ ਰਕਮ ਪਰ ਏਕੜ ਘਟਦੀ ਹੈ, ਡਾਇਰੈਕਟ ਇਨਕਮ ਸਪੋਰਟ, ਮਿਨੀਮਮ ਇਨਕਮ ਸਪੋਰਟ ਕਾਂਗਰਸ ਦੀ ਸਰਕਾਰ ਦੇਊਗੀ। ਜਿਹੜੀ ਉਹ ਨਹੀਂ ਦੇ ਰਹੀ, ਉਹ ਸਾਰੀਆਂ ਗੱਲਾਂ 'ਚ ਅਸੀਂ ਰੱਖਿਆ ਕਿ ਉਹ ਵੀ ਯਕੀਨੀ ਬਣਾਓ। ਉਹ ਜ਼ਿੰਮੇਵਾਰੀਆਂ ਤੋਂ ਪੰਜਾਬ ਦੀ ਸਰਕਾਰ ਕੱਲਾ ਦਿੱਲੀ ਦੇ ਪਾਲੇ 'ਚ ਪਾ ਕੇ ਤੁਸੀਂ ਆਪ ਪਤਲੀ ਗਲੀ 'ਚੋਂ ਨਿਕਲ ਜਾਓ, ਇਹ ਪੰਜਾਬ ਦੇ ਲੋਕਾਂ ਨਾਲ ਧੋਖਾ ਹੋ ਜਾਣਾ, ਪੰਜਾਬ ਦੇ ਲੋਕਾਂ ਨਾਲ ਫਰੇਬ ਹੋ ਜਾਣਾ। ਨਹੀਂ, ਇਹ ਅੱਜ ਉਠਾਇਆ ਸੀ ਜੀ, ਇਹ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨਕਾਰਾਂ ਨੇ ਵੀ ਉਠਾਇਆ ਤੇ ਹੋਰ ਵਿਧਾਨਕਾਰਾਂ ਨੇ ਵੀ ਉਠਾਇਆ ਕਿ ਤੁਸੀਂ ਦੇਖੋ ਕਣਕ ਝੋਨੇ ਤੋਂ ਬਾਅਦ ਮੱਕੀ ਤੇ ਨਰਮਾ ਬਹੁਤ ਵੱਡੇ ਪੱਧਰ ਤੇ ਆਉਂਦਾ ਹੈ, ਤੇ ਫਿਰ ਸ਼ੂਗਰ ਕੇਨ ਹੋ ਗਈ, ਕਮਾਦ ਹੋ ਗਿਆ ਤੇ ਹੋਰ ਫਸਲਾਂ ਹੋ ਗਿਆ। ਇਸ ਲਈ ਅਸੀਂ ਕਿਹਾ ਸੀਗਾ ਕਿ MSP ਤੁਸੀਂ ਅਸ਼ੋਰ ਇਹਨਾਂ ਸਾਰਿਆਂ ਤੇ ਕਰੋ, ਮਗਰ ਮੈਂ ਫੇਰ ਉਹੀ ਗੱਲ ਕਰ ਰਿਹਾ ਕਿ ਜਿਹੜੀ ਗੱਲ ਤਾਂ ਦਿੱਲੀ ਦੇ ਪਾੜੇ 'ਚ ਪਾਉਣੀ ਸੀ ਉਹਦਾ ਜਵਾਬ ਤਾਂ ਦਿੱਤਾ, ਜਿਹੜੀ ਪੰਜਾਬ ਸਰਕਾਰ ਦੀ ਆਪਣੀ ਜ਼ਿੰਮੇਵਾਰੀਆਂ ਸੀ ਉੱਤੇ ਸਾਨੂੰ ਕੋਈ ਜਵਾਬ ਨਹੀਂ ਮਿਲੇ। ਦੇਖੋ ਅਖੀਰ 'ਚ ਬਰਾੜ ਸਾਹਿਬ ਵਿੱਚ ਫਸੂ ਕੌਣ? ਦੇਖੋ ਤਕਰਾਰ ਹੋ ਗਿਆ ਤੁਹਾਡਾ ਦੋ ਸਰਕਾਰਾਂ ਦਾ, ਤਕਰਾਰ ਦਾ ਫੈਸਲਾ ਸਰਕਾਰ ਨੇ, ਪੰਜਾਬ ਸਰਕਾਰ ਨੇ ਸੈਂਟਰ ਦੇ ਖਿਲਾਫ ਲੈ ਲਿਆ, ਪਿਛੂ ਕੌਣ? ਲੋਕ। ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਵੀ ਓਨੀ ਹੈ ਦਿੱਲੀ ਸਰਕਾਰ ਜਿੰਨੀ, ਆਫਟਰ ਆਲ ਇਲੈਕਟਡ ਗਵਰਨਮੈਂਟ ਹੈ, ਉਹ ਆਪਣੀ ਜ਼ਿੰਮੇਵਾਰੀ ਤੋਂ ਨਾ ਭੱਜਣ, ਆਪਣੀ ਜ਼ਿੰਮੇਵਾਰੀ ਤੇ ਕਾਇਮ ਰਹਿਣ। ਇਹ ਗੱਲ ਤਾਂ ਕੈਪਟਨ ਅਮਰਿੰਦਰ ਸਿੰਘ ਐਡਮਿਟ ਕਰੇ ਵੀ ਬਲੂ ਸਟਾਰ ਆਪਰੇਸ਼ਨ ਮੌਕੇ ਮੈਂ ਅਸਤੀਫਾ ਦਿੱਤਾ, ਉਦੋਂ ਸੀ ਰਾਜ ਕਾਂਗਰਸ ਦਾ। ਫਿਰ ਜਦੋਂ ਮਨਮੋਹਨ ਸਿੰਘ ਤੇ ਮਨਟੇਕ ਸਿੰਘ ਆਹਲੂਵਾਲੀਏ ਨੇ ਇਹੀ ਬਿੱਲ ਲੈ ਕੇ ਆਏ ਸੀ, ਉਦੋਂ ਰਾਜ ਸੀ ਕਾਂਗਰਸ ਦਾ। ਸੋ ਇਹ ਕੱਲਾ ਜੇ 2019 ਦਾ ਚੋਣ ਮੈਨੀਫੈਸਟੋ ਚੱਕੋ, ਉਹਦੇ ਵਿੱਚ ਵੀ ਰਾਹੁਲ ਗਾਂਧੀ ਦਾ ਇਹੀ ਸੀ ਚੋਣ ਮੈਨੀਫੈਸਟੋ। ਜੇ ਸਰਕਾਰ ਕਾਂਗਰਸ ਦੀ ਆ ਜਾਂਦੀ ਉਹਨਾਂ ਨੇ ਵੀ ਆਹੀ ਕੁਝ ਕਰਨਾ ਸੀ, ਹੁਣ BJP ਦੀ ਆ ਗਈ, ਉਹਨਾਂ ਨੇ ਵੀ ਇਹੀ ਕੁਝ ਕੀਤਾ। ਸੋ ਦਿੱਲੀ ਨੇ ਸਾਡੇ ਨਾਲ, ਪੰਜਾਬ ਦੇ ਨਾਲ ਕਦੇ ਵੀ
ਕੋਈ ਧੋਖਾ ਕਰਨ ਦੀ ਰੜਕ ਬਾਕੀ ਨਹੀਂ ਛੱਡੀ, ਸਾਨੂੰ ਕਿਸੇ ਤੋਂ ਵੀ ਉੱਥੋਂ ਆਸ ਨਹੀਂ। ਉਹਨਾਂ ਨੇ ਮਾੜੀ ਗੱਲ ਕੀਤੀ ਆ ਜੀ, ਉਹਨਾਂ ਨੂੰ ਆਉਣਾ ਚਾਹੀਦਾ ਸੀ, ਆਪਣਾ ਪੱਖ ਰੱਖਦੇ। ਅਸੈਂਬਲੀ ਕਾਂਟ ਨਲੀਫਾਈ ਐਗਰੀਕਲਚਰ ਐਕਟ ਸੀ, ਉਹਨਾਂ ਦੀ ਉਸ ਦਿਨ ਦੀ ਖਬਰ ਹੈ, ਉਹਨਾਂ ਨੂੰ ਯਾਦ ਵੀ ਕਰਾਤੀ ਸੀ, ਮਗਰ ਉਹਦਾ ਜਵਾਬ ਨਹੀਂ ਸਾਨੂੰ ਕੋਈ ਆਇਆ। ਔਰ ਦੂਜੀ ਗੱਲ, ਜਿਵੇਂ ਸਾਡੇ ਕਿਸਾਨਾਂ ਨੂੰ ਦਿੱਲੀ ਸੱਦ ਕੇ ਅਪਮਾਨਿਤ ਕੀਤਾ ਗਿਆ, ਇਹ ਵੀ ਅਸੀਂ ਸਾਰਿਆਂ ਨੇ ਰਿਜ਼ੋਲਵ ਕੀਤਾ ਕਿ ਇਹ ਪੰਜਾਬੀਆਂ ਦਾ ਅਪਮਾਨ। ਔਰ ਜਿਸ ਤਰੀਕੇ ਦੇ ਦਿੱਲੀ ਦੇ ਵਜ਼ੀਰ ਅੰਨਦਾਤਾ ਨੂੰ ਗੁੰਡਾ ਬਦਮਾਸ਼ ਹੁਲੀਗਨ ਕਹਿਣ, ਉਸ ਗੱਲ ਦੀ ਵੀ ਅਸੀਂ ਸਾਰਿਆਂ ਨੇ ਨਿਖੇਧੀ ਕੀਤੀ। ਔਰ ਅੰਨਦਾਤਾ ਪ੍ਰਤੀ ਲਫ਼ਜ਼ ਸ਼ਬਦਾਵਲੀ ਬੜੇ ਸਤਿਕਾਰ ਨਾਲ, ਬੜੇ ਜ਼ਿੰਮੇਵਾਰੀ ਨਾਲ ਵਰਤਣ ਦੀ ਅਸੀਂ ਸਭ ਨੂੰ ਅਪੀਲ ਕਰਦੇ ਆ। ਇਹ ਗੱਲ ਕੋਈ ਨਾ ਰੱਖੇ ਕਿ ਚੱਲ ਕੇ ਆਉਂਗੇ ਤੇ ਭੇਜਾਂਗੇ ਸਟ੍ਰੈਚਰ, ਤੇ ਇਹ ਅਪਮਾਨ ਅੰਨਦਾਤਾ ਦਾ ਅਪਮਾਨ ਹੈ, ਇਹ ਕਿਸੇ ਪੋਲੀਟੀਕਲ ਪਾਰਟੀ ਜਾਂ ਕਿਸੇ ਦਾ ਨਹੀਂ। Sir, I asked the same question to you that there will be 3 months, 3 years of imprisonment. The MSP to cut by India. When the government is so sure that center will give MSP, then where is the doubt and all this propaganda? Absolutely, Aseem ji, you're so right that this is exactly what we were telling him. Dekho, there are two situations today. One situation was condemning what the union government has done. One situation was that they should repeal the black laws that have been passed in Delhi, but at the same time, Captain Amrinder Singh's defeatist attitude, a conciliatory attitude with Delhi was also to be seen, that somewhere or the other he knows MSP will continue. That's why he is not assuring, otherwise people should not suffer. But there was no assurance for people how he is safeguarding people's interest. So definitely, that's why I guess he did not want to show everything one day before, because there will be more questions raised. As days pass, questions will become more and more and louder and louder. Because the entire draft of the bills of the Punjab are revolving around the central MSP. ਸਾਰਾ ਦੇਖੋ, ਐਗਰੀਕਲਚਰ ਪੰਜਾਬ ਸਟੇਟ ਸਬਜੈਕਟ ਸੀ, ਐਗਰੀਕਲਚਰ ਦੇ ਉੱਤੇ ਸਪਸ਼ਟ ਫੈਸਲਾ ਲੈ ਲੈਂਦੇ, ਉਸ 'ਚ ਗਵਰਨਰ ਨੂੰ ਕੰਸੈਂਟ ਵੀ ਦੇਣੀ ਪੈਣੀ ਸੀ, ਉਸ ਗੱਲ ਤੇ ਤਾਂ ਗਏ ਨਹੀਂ, ਮਤਲਬ ਗੱਲ ਤੇ ਹੀ ਨਹੀਂ ਰੱਖੀ ਉਸ ਤੇ। ਸੋ ਕਿਤੇ ਨਾ ਕਿਤੇ ਜਿਹੜਾ ਰਸਤਾ ਲੱਭਣਾ ਪਤਲੀ ਗਲੀ ਵਾਲਾ, ਉਹ ਵੀ ਐਟੀਟਿਊਡ ਦੇਖਣ ਨੂੰ ਮਿਲਿਆ। ਮਗਰ ਦਿੱਲੀ ਦੇ ਖਿਲਾਫ ਅਸੀਂ ਸਾਰੇ ਇਕੱਠੇ ਆ, ਔਰ ਦਿੱਲੀ ਨੇ ਜੋ ਕੀਤਾ ਉਹ ਪੰਜਾਬ ਨਾਲ ਬੇਇਨਸਾਫੀ। ਅੱਗੇ ਆ ਜਾਓ। ਇੱਕ ਮੈਂ ਬੇਨਤੀ ਕਰਾਂ ਜੀ, ਸਰਕਾਰਾਂ ਜਦੋਂ ਕੋਈ ਫੈਸਲਾ ਕਰਨ ਤੇ ਸਰਕਾਰਾਂ ਨੂੰ ਇਹ ਗੱਲ ਇਨਸ਼ੋਰ ਕਰਨੀ ਪਊਗੀ ਕਿ ਸਾਡੇ ਫੈਸਲਿਆਂ ਕਰਕੇ ਪੰਜਾਬ ਦੇ ਲੋਕ ਸਫਰ ਨਾ ਕਰਨ। ਇਹ ਬਿੱਲ ਸਰਕਾਰ ਲੈ ਕੇ ਆਈ ਹੈ, ਮੈਂ ਤਦੇ ਕਹਿ ਰਿਹਾ ਸੀ ਵਾਈਡਰ ਕੰਸਲਟੇਸ਼ਨ, ਤਦੇ ਮੈਂ ਕਹਿ ਰਿਹਾ ਸੀ ਸਭ ਨੂੰ ਨਾਲ ਲੈ ਕੇ ਚੱਲੋ ਔਰ ਸਾਰੇ ਪੱਖ ਵਿਚਾਰ ਕੇ ਚੱਲੋ। ਜੇ 3 ਘੰਟੇ ਐਡੀ ਕੋਈ ਮਜਬੂਰੀ ਜਾਂ ਕਾਲੀ ਨਹੀਂ ਸੀ, ਜਦ ਤੁਸੀਂ ਪਹਿਲਾਂ ਕਾਂਗਰਸ ਸੈਸ਼ਨ ਬੁਲਾਉਣ ਤੋਂ ਭੱਜ ਰਹੀ ਸੀ, ਜੇ ਹੁਣ ਬੁਲਾ ਲਿਆ ਤੇ ਬਿੱਲ ਡਿਸਟ੍ਰੀਬਿਊਟ ਹੋ ਜਾਂਦੇ, ਤਸੱਲੀ ਹੋ ਜਾਂਦੀ। ਮਗਰ ਹੁਣ ਰਸਤਾ, ਕਿਉਂਕਿ 3 ਘੰਟਿਆਂ 'ਚ ਹੱਕ 'ਚ ਜਾਂ ਉਲਟ ਖਲੋਣ ਦੀ ਗੱਲ ਸੀ। ਦਿੱਲੀ ਦੇ ਖਿਲਾਫ ਅਸੀਂ ਇਕੱਠੇ ਖਲੋਤੇ ਹਾਂ, ਮਗਰ ਪੰਜਾਬ ਦਾ ਕੋਈ ਵੀ ਕਿਸਾਨ ਸਫਰ ਨਾ ਕਰੇ, ਇੱਕ ਵੀ ਖੇਤ ਮਜ਼ਦੂਰ ਸਫਰ ਨਾ ਕਰੇ, ਇੱਕ ਵੀ ਆੜ੍ਹਤੀਆ ਵਪਾਰੀ ਨਾ ਸਫਰ ਕਰੇ। ਇਹਦੇ ਵਾਸਤੇ ਪੰਜਾਬ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਚੁੱਕਣੀ ਪਊਗੀ, ਜਿਹੜਾ ਅੱਜ ਉਹ ਭੱਜਦੇ ਦਿਸੇ। ਇਹ ਮੈਂ ਤੁਹਾਨੂੰ ਅੱਜ ਫੈਕਟ ਦੱਸ ਰਿਹਾ। ਲੂਪ ਹੋਲ ਹੀ ਹੈ, ਜਦ ਕਹਿਤਾ ਕਿ ਗਵਰਨਰ ਦੀ ਮਨਜ਼ੂਰੀ ਚਾਹੀਦੀ ਹੈ। ਹੁਣ ਗਵਰਨਰ ਨੇ ਸੀਐਮ ਸਾਹਿਬ ਦੇ ਆਖੇ ਤਾਂ ਮਨਜ਼ੂਰੀ ਦੇਣੀ ਨਹੀਂ, ਔਰ ਜਿਹੜੇ ਬਿੱਲ ਨੂੰ ਆਲਰੇਡੀ ਰਾਸ਼ਟਰਪਤੀ ਨੇ ਮਨਜ਼ੂਰੀ ਦੇ ਦਿੱਤੀ ਹੈ, ਉਹ ਸਟੇਟ ਦੇ ਬਿੱਲ ਨੂੰ ਮਨੂ ਕਿਸੇ ਵਕੀਲ ਨੂੰ ਪੁੱਛ ਲਿਓ, 2 ਮਿੰਟ 'ਚ ਦੱਸ ਦੂ। ਜੇ ਤੁਸੀਂ ਐਜ਼ ਵਕੀਲ ਦੇ ਪੁਆਇੰਟ ਆਫ ਵਿਊ ਨਾਲ ਵੇਖੋ ਜਾਂ ਕਾਨੂੰਨਨ ਪੁਆਇੰਟ ਆਫ ਵਿਊ ਨਾਲ ਵੇਖੋ, ਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਰਸਤਾ ਲੱਭ ਲਿਆ ਤੇ ਲੋਕਾਂ ਦੀ ਅੱਖਾਂ 'ਚ ਘੱਟਾ ਪਾਤਾ। ਔਰ ਇਹ ਗੱਲ ਉਹ, ਕਿਉਂਕਿ ਮਾਹੌਲ ਵਿਧਾਨ ਸਭਾ ਦੇ ਅੰਦਰ ਇਹ ਬਣਾਇਆ ਜਾ ਰਿਹਾ ਸੀ
कि ਜਿਹੜਾ ਵੀ ਇਹ ਬਿੱਲਾਂ ਦੇ ਦਿੱਲੀ ਦੇ ਬਿੱਲਾਂ ਦੇ ਖਿਲਾਫ ਬੋਲੂਗਾ ਜਾਂ ਵੋਟ ਨਹੀਂ ਪਾਊਗਾ ਮਤਲਬ ਕਿ ਉਹ ਕਿਸਾਨੀ ਪੱਖੀ ਨਹੀਂ। ਇਸ ਲਈ ਵੋਟ ਪਾਈ ਮਗਰ ਨਾਲ ਹੀ ਉਹਨਾਂ ਨੂੰ ਚਕੰਨੇ ਕਰਤਾ, ਸੁਚੇਤ ਕਰਤਾ ਕਿ ਤੁਸੀਂ ਲੋਕਾਂ ਨੂੰ ਮੂਰਖ ਨਹੀਂ ਬਣਾ ਸਕੋਗੇ। ਇਹਨਾਂ ਗੱਲਾਂ ਦਾ ਤੁਸੀਂ ਜਵਾਬ ਦੇਣ ਤੋਂ ਭੱਜ ਗਏ ਔਰ ਇਹ ਗੱਲ ਬਿਲਕੁਲ ਤੁਸੀਂ ਠੀਕ ਹੈ। ਅੱਜ ਮੈਂ ਸੀਐਮ ਸਾਹਿਬ ਦੇ ਐਗਜ਼ੈਕਟ ਵਰਡਸ ਤੁਹਾਨੂੰ ਦੱਸ ਦਿਆਂ ਅੱਜ ਬੋਲਦੇ ਔਰ ਇਹ ਗੱਲ ਵੀ ਸੱਚ ਉਠਾਈ ਕਿ ਤੁਹਾਡੇ ਹੀ ਇੱਕ ਐਮਐਲਏ ਸਾਹਿਬ ਨੇ ਅੱਜ ਕੱਲ ਤਾਂ ਉਹ ਕੋਨੇ ਜੇ ਤੇ ਬਹਿੰਦੇ ਆ ਬਿਲਕੁਲ ਹੀ ਜਿੱਥੇ ਛਿੱਕਾ ਵੱਜਦਾ ਉੱਥੇ ਬੈਠੇ ਆ। ਉਹ ਬੜੀ ਉੱਚੀ ਉੱਚੀ ਕਹਿੰਦੇ ਸੀ ਜਦੋਂ ਤੁਹਾਡੀ ਟਰੈਕਟਰ ਸੋਫਾ ਰੈਲੀ ਹੋਈ ਸੀ ਉਹਦੇ ਚ ਕਹਿੰਦੇ ਸੀ ਕਿ ਐਮਐਸਪੀ ਸੂਬਾ ਸਰਕਾਰ ਦੇਵੇ। ਅੱਜ ਉਹ ਭਾਈ ਸਾਹਿਬ ਵੀ ਨਹੀਂ ਬੋਲੇ। ਦੁੱਧ ਤੇ ਬੋਲੀ ਗਏ ਉਹ ਤੇ ਆਏ ਨਹੀਂ। ਕਣਕ ਦੇ ਮੈਂ ਕਿਹਾ ਝੋਨਾ ਕਣਕ ਵੀ ਬੋਲਦੇ ਮਗਰ ਲੱਗਦਾ ਅੱਜ ਕੁਛ ਸੀਗਾ ਆਪਸ ਚ ਸੀਐਮ ਸਾਹਿਬ ਦੇ ਉਹਨਾਂ ਦਾ ਪਿਆਰ ਹਾਂ ਤੇ ਉਹਨਾਂ ਦੀ ਤਾਰੀਫ ਕਰਦੇ ਚਲੋ ਉਹ ਕਰ ਲੈਣ ਤਾਰੀਫ ਮਗਰ ਕਿਸਾਨਾਂ ਦਾ ਵੀ ਫਾਇਦਾ ਹੋਵੇ ਨਾ ਜੀ। ਕਿਸਾਨਾਂ ਦਾ ਤਾਰੀਫ ਪਹਿਲਾਂ ਦੀ ਲੋੜ ਸੀ। ਇਸ ਲਈ ਜੋ ਅਸੀਂ ਕਿਹਾ ਕਿ ਜੋ ਤੁਹਾਡੇ ਕਾਂਗਰਸ ਦੇ ਐਮਐਲਏ ਮੰਗ ਕਰਦੇ ਸੀ ਭਾਵੇਂ ਮੀਡੀਆ ਕੋਲ ਕੀਤੀ ਆਪਦੀ ਵੀਡੀਓ ਬਣਾ ਕੇ ਕੀਤੀ ਉਹ ਰੈਲੀ ਤੇ ਕੀਤੀ ਅੱਜ ਅੰਦਰ ਨਹੀਂ ਕੀਤੀ। ਅਸੀਂ ਉਹਨਾਂ ਵੱਲੋਂ ਇਹ ਗੱਲ ਰੱਖ ਰਹੇ ਕਿ ਤੁਸੀਂ ਅਸ਼ੋਰ ਕਰ ਦਿਓ। ਉਹਦਾ ਜਵਾਬ ਵੀ ਸਾਨੂੰ ਨਹੀਂ ਆਇਆ। ਅੱਛਾ ਕਿਸਾਨ ਯੂਨੀਅਨਾਂ ਨੇ ਜਿਹੜੀ ਉਹਨਾਂ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਹੈ ਜੀ ਭੁਪਿੰਦਰ ਸਿੰਘ ਮਾਨਪੁਰਾ ਉਹਨਾਂ ਨੇ ਤਾਂ ਨਾਲ ਦੀ ਨਾਲ ਸ਼ਰੀਕ ਕਰਕੇ ਉਹ ਤਾਂ ਹੈ ਹੀ ਬੰਦਾ ਉਹਨਾਂ ਦਾ ਕਾਂਗਰਸੀ ਹੈ ਜੀ। ਉਹਦਾ ਮੁੰਡਾ ਮੈਨੂੰ ਲੱਗਦਾ ਪੀਪੀਐਸਸੀ ਦਾ ਮੈਂਬਰ ਕਪਤਾਨ ਸਾਹਿਬ ਨੇ ਲਾਇਆ। ਉਹਨੇ ਤਾਂ ਸਾਰਾ ਕੁਝ ਹੀ ਵੇਚ ਦੇਣਾ। ਔਰ ਦੇਖੋ ਇਹੀ ਅਫਸੋਸ ਹੈ ਕਿ ਮੂਰਖ ਕਿਵੇਂ ਬਣਾਇਆ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ। ਉਹਨੂੰ ਰੀਟਵੀਟ ਕੌਣ ਕਰ ਰਿਹਾ? ਰਵੀਨ ਠਕਰਾਲ ਸਾਹਿਬ ਕਰ ਰਹੇ ਆ ਕਿ ਸਭ ਨਾਲ ਹੋ ਗਏ। ਇਸ ਤਰ੍ਹਾਂ ਬੁੱਧੂ ਨਾ ਬਣਾਓ। ਅਸੀਂ ਇਸੇ ਲਈ ਤੁਹਾਡੇ ਕੋਲ ਅੱਜ ਆਏ ਆ ਕਿਉਂਕਿ ਨਾ ਤੁਹਾਨੂੰ ਅੰਦਰ ਆਉਣ ਦਿੱਤਾ। ਜਿਆਦਾ ਤੁਸੀਂ ਆ ਜਾਂਦੇ ਤੇ ਸਪਸ਼ਟ ਹੋ ਜਾਣੇ। ਕੈਮਰਾ ਪਤਾ ਨਹੀਂ ਕਦੋਂ ਚੱਲਿਆ ਕਦੋਂ ਬੰਦ ਹੋਇਆ ਤੁਹਾਨੂੰ ਕੀ ਪਤਾ। ਮਗਰ ਅੰਦਰ ਦੀਆਂ ਸਾਰੀਆਂ ਜਿਹੜੀਆਂ ਇਹਨਾਂ ਦੀਆਂ ਚੋਰ ਮੋਰੀਆਂ ਸੀ ਸਾਨੂੰ ਪੁੱਛ ਲਓ ਅਸੀਂ ਸਭ ਦੱਸ ਦਿਆਂਗੇ ਤੁਹਾਨੂੰ। ਔਰ ਪੰਜਾਬ ਦੇ ਲੋਕਾਂ ਨੂੰ ਅਸੀਂ ਸਾਰਾ ਸ਼੍ਰੋਮਣੀ ਅਕਾਲੀ ਦਲ ਫੇਰ ਅਪੀਲ ਕਰ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਦਿੱਲੀ ਦੀ ਲੜਾਈ ਠੀਕ ਹੈ ਮਗਰ ਪੰਜਾਬ ਦੇ ਲੋਕਾਂ ਦਾ ਮਸਲਾ ਹੱਲ ਨਹੀਂ ਹੋਇਆ। ਅੱਜ ਮੈਂ ਬਾਰ-ਬਾਰ ਕਹਿਣਾ ਲੜਾਈ ਤਾਂ ਅੱਜ ਸ਼ੁਰੂ ਹੋਈ ਹੈ। ਹੁਣ ਅਸੀਂ ਕਿਹਾ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਚੱਲ ਅੱਜ ਗਵਰਨਰ ਸਾਹਿਬ ਕੋਲ ਚੱਲੀਏ। ਅਸੀਂ ਕਿਹਾ ਜਿਹੜੀ ਬਾਅਦ 'ਚ ਉਹਨਾਂ ਨੇ ਗੱਲ ਕੀਤੀ ਕਿ ਚਲੋ ਰਾਸ਼ਟਰਪਤੀ ਕੋਲ। ਔਰ ਤੀਜੀ ਗੱਲ ਦਾ ਉਹਨਾਂ ਨੇ ਜਵਾਬ ਨਹੀਂ ਦਿੱਤਾ ਕਿ ਹਾਓ ਪੰਜਾਬ ਦੇ ਇੰਟਰਸਟ ਨੂੰ ਤੁਸੀਂ ਸੇਫਗਾਰਡ ਕਰੋਗੇ ਕਿਉਂਕਿ ਤੁਸੀਂ ਵੀ ਸਰਕਾਰ 'ਚ ਬੈਠੇ ਹੋ। ਕੈਪਟਨ ਅਮਰਿੰਦਰ ਸਿੰਘ ਇਹ ਇੰਪ੍ਰੈਸ਼ਨ ਨਾ ਦੇਣ ਕਿ ਉਹ ਆਪੋਜੀਸ਼ਨ 'ਚ ਬੈਠੇ ਆ। ਉਹ ਸਰਕਾਰ ਨੇ ਜਿਵੇਂ ਮੋਦੀ ਸਰਕਾਰ ਹੈ ਕੈਪਟਨ ਸਾਹਿਬ ਵੀ ਸਰਕਾਰ ਹੈ। ਔਰ ਸਰਕਾਰ ਦੇ ਲੋਕੀ ਪੰਜਾਬ ਦੇ ਲੋਕਾਂ ਨੂੰ ਜਵਾਬਦੇਹੀ ਹੈ। ਪੰਜਾਬ ਦੇ ਲੋਕਾਂ ਦੀ ਸੰਤੁਸ਼ਟੀ ਕਰਾਉਣੀ ਪੈਣੀ ਹੈ। ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀ। ਔਰ ਇਹ ਜਿਹੜਾ ਕਮਜ਼ੋਰੀ ਵਾਲਾ ਐਟੀਟਿਊਡ ਹਾਰਨ ਵਾਲਾ ਐਟੀਟਿਊਡ ਡਿਫੀਟਿਸਟ ਐਟੀਟਿਊਡ ਕਿ ਮੈਂ ਤਾਂ ਅਸਤੀਫਾ ਦੇ ਕੇ ਭਾਜੂ ਪਹਿਲਾਂ ਹੀ ਹਾਰ ਮੰਨ ਲਈ ਅਸੀਂ ਜਿੱਤਾਂਗੇ ਪੰਜਾਬ ਜਿੱਤੂ ਇਹ ਸਾਡੀ ਆਵਾਜ਼ ਹੈ। ਲੇਕਿਨ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਵੀ ਕਿਹਾ ਸੀਗਾ ਜਦ ਕੈਪਟਨ ਸਾਹਿਬ ਨਾਲ ਉਹਨਾਂ ਦੀ ਗੱਲਬਾਤ ਵੀ ਹੋਈ ਸੀ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਤੁਸੀਂ ਜਿਹੜਾ ਬਿੱਲ ਰੈਜ਼ੋਲੂਸ਼ਨ ਪਾਸ ਕਰੋ ਸਾਰੀਆਂ ਰਾਜਸੀ ਪਾਰਟੀਆਂ ਪਾਸ ਕਰਨ ਇਹਨੂੰ ਗਵਰਨਰ ਦੇ ਕੋਲ ਭੇਜਣ ਤੇ ਉਹਦੇ ਤੋਂ ਬਾਅਦ ਅਸੀਂ ਦੇਖ ਲਾਂਗੇ ਕਿ ਗਵਰਨਰ ਨੂੰ ਪਾਸ ਕਿਵੇਂ ਕਰਵਾਉਣਾ ਹੈ। ਇਹਦਾ ਮਤਲਬ ਤਾਂ ਲੜਾਈ ਜਿਹੜੀ ਗਵਰਨਰ ਵਰਸਸ ਕਿਸਾਨਾਂ ਦੀ ਸ਼ੁਰੂ ਹੋ ਜੂਗੀ। ਦੇਖੋ ਅਸਲੀਅਤ ਇਹੀ ਹੈ ਵਿਸ਼ਾਲ ਜੀ। ਮੈਂ ਤਦੇ ਕਹਿ ਰਿਹਾ ਕੈਪਟਨ ਸਾਹਿਬ ਨਾ ਭੱਜਣ ਦੀ ਆਪਦੀ ਜ਼ਿੰਮੇਵਾਰੀ। ਲੋਕਾਂ ਨੂੰ ਲੜਾਈ ਦੇ ਰਾਹ 'ਚ ਪਾ ਕੇ ਲੋਕਾਂ ਦਾ ਨੁਕਸਾਨ ਕਰਨਾ ਇਹ ਸਰਕਾਰਾਂ ਦਾ ਫਰਜ਼ ਨਹੀਂ। ਹੁਣ ਲੜਾਈ ਵੱਡੀ ਹੈ। ਲੜਾਈ ਅਖੀਰਲੇ ਅੰਜਾਮ ਤੱਕ ਜਾਵੇ। ਅੰਜਾਮ ਕੀ ਹੈ ਕਿ ਕਾਲੇ ਕਾਨੂੰਨ ਰੱਦ ਹੋਣ। ਉਹਦੀ ਕਾਨੂੰਨੀ ਗੱਲ ਕੀ ਹੈ ਕਨਸਟੀਟਿਊਸ਼ਨਲ ਗੱਲ ਕੀ ਹੈ ਉਹ ਅਸਲੀਅਤ ਇਹ ਹੈ ਕਿ ਕਾਲੇ ਕਾਨੂੰਨ ਰਾਸ਼ਟਰਪਤੀ ਸਾਹਿਬ ਨੇ ਸਾਈਨ ਕਰਤੇ। ਕਿਉਂ ਅਸੀਂ ਦਿੱਲੀ ਗਏ ਸੀ ਤੁਹਾਨੂੰ ਯਾਦ ਹੋਵੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਜਦੋਂ ਰਾਜ ਸਭਾ 'ਚ ਲੋਕਤੰਤਰ ਦਾ ਘਾਣ ਹੋਇਆ ਰਾਸ਼ਟਰਪਤੀ ਜੀ ਤੋਂ ਟਾਈਮ ਲਿਆ ਕਿਉਂਕਿ ਉਹ ਰੋਕਣਾ ਬੜਾ ਜ਼ਰੂਰੀ ਸੀ ਮਗਰ ਰਾਸ਼ਟਰਪਤੀ ਸਾਹਿਬ ਨਹੀਂ ਰੁਕੇ। ਔਰ ਜਿਹੜੀ ਚੀਜ਼ ਉਹਨਾਂ ਨੇ ਕੰਸੈਂਟ ਦੇ ਦਿੱਤੀ ਹੋਵੇ ਉਹਦਾ ਹੁਣ ਜੋ ਰਸਤਾ ਇਹ ਹੈ ਪਹਿਲਾਂ ਗਵਰਨਰ ਅਪਰੂਵਲ ਦੇਵੇ ਉਹ ਨਹੀਂ ਦਊ ਤੇ ਕੰਮ ਜ਼ੀਰੋ। ਜੇ ਉਹ ਦੇ ਦਿੰਦਾ ਹੈ ਫਿਰ ਰਾਸ਼ਟਰਪਤੀ ਸਾਹਿਬ ਕੋਲ ਜਾਊ ਉਹ ਪਾਰਲੀਮੈਂਟ ਭੇਜਣਗੇ ਫਿਰ ਕੰਮ ਜ਼ੀਰੋ ਕਿਉਂਕਿ ਪਾਰਲੀਮੈਂਟ 'ਚ ਫਿਰ ਬਹੁਮਤ ਬੀਜੇਪੀ ਦਾ ਫਿਰ ਕੰਮ ਜ਼ੀਰੋ। ਇਸ ਲਈ ਜੋ ਸਾਰੀ ਅੱਜ ਪ੍ਰਕਿਰਿਆ ਹੋਈ ਹੈ ਜੇ ਤੁਸੀਂ ਮੈਨੂੰ ਉਹਦਾ ਕਾਨੂੰਨਨ ਪੱਖ ਪੁੱਛੋ ਜੇ ਉਹਦਾ ਫੈਕਚੁਅਲ ਗੱਲ ਪੁੱਛੋ ਉਹਦਾ ਰਿਜ਼ਲਟ ਜਦ ਤੱਕ ਰਾਸ਼ਟਰਪਤੀ ਸਾਹਿਬ ਨਹੀਂ ਸਾਈਨ ਕਰ ਦਿੰਦੇ
ਜਾਂ ਪਾਰਲੀਮੈਂਟ ਪਾਸ ਨਹੀਂ ਕਰ ਦਿੰਦਾ, ਉਹ ਪਾਸ ਨਹੀਂ ਹੋਣੀ। ਇਸ ਲਈ ਅਸਲ 'ਚ ਨਾ ਜੀ ਖਹਿਰਾ ਸਾਹਿਬ ਨੂੰ ਕਾਂਗਰਸ 'ਚ ਜਾਣ ਤੋਂ ਕਪਤਾਨ ਸਾਹਿਬ ਰੋਕੀ ਜਾਂਦੇ। ਉਹ ਚਾਹੁੰਦੇ ਕਿ ਕਪਤਾਨ ਸਾਹਿਬ ਨੂੰ ਮੈਂ ਖੇਤਰੀ ਪਾਤਰੀ ਵੱਲ ਪਾਵਾਂ ਤੇ ਜਦ ਇਹ ਬਾਹਰ ਹੋਣ ਤੇ ਮੈਂ ਕਾਂਗਰਸ 'ਚ ਚਲੇ ਜਾਵਾਂ। ਤੁਸੀਂ ਇਸ ਲਈ ਬਾਹਲਾ ਸੀਰੀਅਸਲੀ ਨਾ ਲਿਆ ਕਰੋ ਖਹਿਰਾ ਸਾਹਿਬ ਕੀ ਕਹਿ ਰਹੇ, ਕਿ ਉਹਨਾਂ ਦੀ ਆਪ ਦੀ ਰਾਜਨੀਤੀ ਹੁੰਦੀ ਹੈ, ਆਪ ਦਾ ਕੰਮ ਸਤਿਕਾਰਯੋਗ। ਔਰ ਮੈਂ ਲਾਸਟ ਗੱਲ ਜਿਹੜੀ ਤੁਹਾਨੂੰ ਰਿਪੀਟ ਕਰ ਰਿਹਾ ਜੀ, ਫॉर द ਸੇਕ ਆਫ ਰਿਪੀਟਿੰਗ, ਕਿ ਤੁਹਾਨੂੰ ਸਮਝ ਆ ਜੇ ਕਿ ਕੈਪਟਨ ਸਾਹਿਬ ਆਪ ਮੰਨ ਗਏ ਆ ਹਾਊਸ ਦੇ ਅੰਦਰ ਕਿ ਜੇ ਇਹ ਰਾਸ਼ਟਰਪਤੀ ਨੇ ਇਹਦੀ ਮਨਜ਼ੂਰੀ ਨਹੀਂ ਦੇਣੀ ਬਿੱਲਾਂ ਦੀ, ਗਵਰਨਰ ਸਾਹਿਬ ਨੇ ਨਹੀਂ ਦੇਣੀ, ਸਾਨੂੰ ਕਾਨੂੰਨੀ ਲੜਾਈ ਲੜਨੀ ਪੈਣੀ। ਉਹਨੂੰ ਵੀ ਤੋਰਤਾ ਤੇ ਕਈਆਂ ਨੇ ਫਿਰ ਕਿਹਾ ਕਿ ਕਾਨੂੰਨੀ ਲੜਾਈ ਤਾਂ ਹਲੇ 5 ਦੀ ਲੜ ਰਹੇ ਆ, ਜਿਹੜੇ ਤੁਸੀਂ ਉਦੋਂ ਵਾਟਰ ਟਰਮੀਨੇਸ਼ਨ ਐਕਟ ਪਾਸ ਕੀਤੇ ਸੀ, ਉਹ 15 ਸਾਲ ਹੋ ਗਏ, 16 ਸਾਲ ਹੋ ਗਏ, ਉਹਦਾ ਰਿਜ਼ਲਟ ਨਹੀਂ ਨਿਕਲਿਆ, ਉਹਦਾ ਜਵਾਬ ਵੀ ਨਹੀਂ ਦਿੱਤਾ ਸਾਨੂੰ। ਜਵਾਬ ਤਾਂ ਉਹਨਾਂ ਦਿੱਤਾ ਜਿਹੜਾ ਉਹਨਾਂ ਨੂੰ ਪਸੰਦ ਸੀ ਕਿ ਮੈਂ ਅਸਤੀਫਾ ਦੇ ਦੂੰ, ਕਿਉਂਕਿ ਸੁਰਕੀ ਬਣਦੀ ਹੈ ਦੇ ਤੂੰ ਜੇ ਦੋ ਹਾਲਾਤ ਦੇਣੇ ਹੀ ਪੈਣੇ ਆ ਜਦ ਕੰਮ ਲੋਕਾਂ ਨਾਲ ਠੱਗੀ ਮਾਰੋਗੇ। ਔਰ ਇੱਕ ਅਸੀਂ ਉਹਨਾਂ ਨੂੰ ਬੇਨਤੀ ਕੀਤੀ, ਉਹਨਾਂ ਨੇ ਕਿਤੇ ਵੀ ਕਿਸਾਨ ਜਥੇਬੰਦੀਆਂ ਨੂੰ ਵੀ ਥੋੜਾ ਕਿਹਾ ਕਿ ਜੀ ਤੁਸੀਂ ਹੁਣ ਉੱਠ ਜਾਓ। ਦੇਖੋ ਕਿਸਾਨ ਜਥੇਬੰਦੀਆਂ ਜਾਂ ਲੋਕ ਬੜੇ ਸਿਆਣੇ ਆ, ਉਹ ਲੜਾਈ ਲੜ ਰਹੇ ਆ, ਉਹ ਕੀ ਅਸੀਂ ਫੈਸਲਾ ਕੀਤਾ, ਉਹ ਫੈਸਲੇ ਦੇ ਕੀ ਰਿਪਰਕਸ਼ਨ ਹੋਣੇ, ਕੀ ਰਿਜ਼ਲਟ ਹੋਣੇ, ਉਹਨਾਂ ਨੇ ਸਾਰੀ ਗੱਲ ਦੇਖ ਕੇ ਜ਼ਿੰਮੇਵਾਰੀ ਨਾਲ ਕਰਨਾ, ਕਿਉਂਕਿ ਇਹ ਤਾਂ ਸੈਸ਼ਨ ਹੀ ਨਹੀਂ ਬੁਲਾਉਂਦੇ ਸੀ। ਮਤਲਬ ਅੱਜ ਕਿਤੇ ਨਾ ਕਿਤੇ ਮੈਂ ਵੇਖਿਆ ਕਈ ਤੀਰ ਚਲਾਉਂਦੇ ਵਿਖੇ, ਮਗਰ ਰਿਜ਼ਲਟ ਕੋਈ ਮਤਲਬ ਮੈਂ ਕਹਾਂ ਕਿ ਅੱਜ ਪੰਜਾਬ ਵਾਕਈ ਕਾਨੂੰਨ ਫੇਲ ਹੋ ਗਏ, ਪੰਜਾਬ ਜਿੱਤ ਗਿਆ, ਉਹ ਅਸਲੀਅਤ ਹੈ ਨਹੀਂ। ਬੈਠਣ ਦਾ ਕੀ ਫਾਇਦਾ ਹਾਂਜੀ ਕਿਸਾਨਾਂ ਦਾ ਰਾਖਾ ਬੰਨ ਕੇ ਹੁਣ ਪਾਣੀਆਂ ਦੇ ਰਾਖੇ ਤੋਂ ਬਾਅਦ ਇਸ ਤਰ੍ਹਾਂ ਯਾਰ ਦੇਖੋ ਕਾਂਗਰਸ ਨੇ ਕੀ ਕੰਪੇਨ, ਮੈਂ ਤਾਂ ਫੇਰ ਕਹਾਂ ਜੀ ਕਿਸਾਨੀ ਜਿੱਤਣੀ ਚਾਹੀਦੀ, ਪੰਜਾਬ ਜਿੱਤਣਾ ਚਾਹੀਦਾ, ਖੇਤ ਮਜ਼ਦੂਰ ਜਿੱਤਣਾ ਚਾਹੀਦਾ, ਪੰਜਾਬ ਦਾ ਆੜ੍ਹਤੀਆ ਵਪਾਰੀ ਜਿੱਤਣਾ ਚਾਹੀਦਾ। ਹਾਂ ਕਾਂਗਰਸ ਨੇ ਜਿਹੜੀ ਕੰਪੇਨ ਚਲਾਉਣੀ ਹੈ ਜੀਤ ਸੱਦ ਕੇ ਚਲਾਉਣ, 5 'ਚ ਵੀ ਚਲਾਈ ਸੀ, 10 ਸਾਲ ਮੁੜ ਕੇ ਸਰਕਾਰ 'ਚ ਨਹੀਂ ਆਈ ਸੀ। ਲੋਕ ਬੜੇ ਸਿਆਣੇ ਆ, ਪਬਲਿਕ ਸਭ ਜਾਣਦੀ ਹੈ, ਕਿਉਂ ਕਿਹੜੀ ਕੰਪੇਨ ਕਿਹਨੇ ਚਲਾਉਣੀ ਚਲਾ ਲਵੇ ਭਰਾ, ਕਿਹਨੇ ਸਾਡੇ ਆਖੇ ਰੁਕਣਾ ਕਿਸੇ ਨੂੰ। ਮਗਰ ਮੈਂ ਤੁਹਾਨੂੰ ਅਖੀਰਲੀ ਗੱਲ ਕਰਦਾ, ਮੇਰੇ ਸਤਿਕਾਰਯੋਗ ਆ ਖਹਿਰਾ ਸਾਹਿਬ, ਹਾਦਸਾ ਬੜਾ ਆਇਆ, ਉਹਨਾਂ ਦੀ ਆਪ ਦੀ ਪਾਰਟੀ ਤਾਂ ਪਤਾ ਨਹੀਂ ਲੱਗਦੀ, ਕੈਪਟਨ ਸਾਹਿਬ ਨੂੰ ਕਹਿੰਦਾ ਮੇਰੇ ਨਾਲ ਪੈ ਜਾ ਤੂੰ ਵੀ। ਉਹ ਚਲੋ ਮੈਂ ਦੇਖੋ ਕੌਣ ਕੀ ਕਹਿੰਦਾ ਦੱਸੋ, ਤੁਸੀਂ ਮੇਰੇ ਮੂੰਹ ਤੋਂ ਕੀ ਕਹਾਉਣਾ, ਤੁਹਾਨੂੰ ਵੀ ਪਤਾ, ਤੁਸੀਂ ਜਾਣਦੇ ਹੀ ਹੋ। ਅਸੀਂ ਉਹੀ ਤਾਂ ਗੱਲ ਕਰ ਰਹੇ ਕਿ ਜਿਹੜਾ ਵਾਟਰ ਟਰਮੀਨੇਸ਼ਨ ਐਕਟ, ਉਹਦਾ ਤਾਂ ਹਾਲੇ ਤੱਕ ਕੰਮ ਨਹੀਂ ਨਿਬੜਿਆ, ਪਾਣੀ ਘਟ ਗਿਆ, ਪਾਣੀ ਜਾ ਵੀ ਰਿਹਾ, ਰੁਕਿਆ ਪਾਣੀ ਕੋਈ, ਬਿਜਲੀ ਵਾਲਾ ਕੇਸ ਹਰ ਗਏ। ਹੁਣ ਤੁਸੀਂ ਆਹ ਜਿਹੜੇ ਕੇਸ ਹੈ ਕਹਿੰਦੇ ਅਸੀਂ ਕੋਰਟ 'ਚ ਜਾਵਾਂਗੇ, ਨਾਲ ਹੀ ਦੇਖੋ ਸਭ ਕੁਝ ਹੀ ਕਹਿਤਾ, ਇੱਕੋ ਜ਼ਬਾਨ ਨਾਲ ਕਹਿਤਾ, ਰਾਸ਼ਟਰਪਤੀ ਵੀ ਮਨਜ਼ੂਰੀ ਨਹੀਂ ਦਊ, ਗਵਰਨਰ ਵੀ ਨਹੀਂ ਦਊ, ਤੇ ਤਿਆਰੀ ਕਰ ਲਓ ਕੋਰਟਾਂ 'ਚ ਜਾਣਾ। ਤੇ ਕਿਸੇ ਨੇ ਕਿਹਾ ਕੋਰਟ 'ਚ ਜਾਊ ਕੌਣ, ਤੁਹਾਡੇ ਸਾਰੇ ਵਕੀਲਾਂ ਦੀ ਫੌਜ ਤਾਂ ਐਡੀ ਕਾਮਯਾਬ ਹੈ, ਮਤਲਬ ਸਾਰਾ ਹੀ ਭੰਬਲ ਭੂਸਾ ਪਾਤਾ ਅੰਦਰ। ਤੇ ਜਿਹੜਾ ਉੱਠ ਕੇ ਕੋਈ ਸਵਾਲ ਕਰਦਾ ਸੀ ਉਹਨੂੰ ਐਂਟੀ ਪੰਜਾਬ ਉਦੋਂ ਹੀ ਪੇਸ਼ ਕਰਦੇ ਸੀ, ਅਸੀਂ ਕਿਹਾ ਕਰ ਲਓ ਭਰਾ ਮਰਜ਼ੀ, ਜਦ ਮੈਜੋਰਟੀ ਹੈ। ਹਾਂ ਦਿੱਲੀ ਦੇ ਖਿਲਾਫ ਅਸੀਂ ਸਾਰੇ ਇਕੱਠੇ, ਮੋਦੀ ਸਾਹਿਬ ਦੇ ਕਾਲੇ ਕਾਨੂੰਨ ਜਾਂ ਕਿਸਾਨ ਨੂੰ ਬਦਮਾਸ਼ ਗੁੰਡਾ ਹੋਲੀਗਨ ਦੱਸਣਾ, ਉਹਦੇ ਅਸੀਂ ਸਾਰੇ ਖਿਲਾਫ ਆ। ਦਿੱਲੀ ਨੇ ਜੋ ਦਖਲਅੰਦਾਜ਼ੀ ਸਾਡੇ ਫੈਡਰਲ ਢਾਂਚੇ ਤੇ ਕੀਤੀ ਹੈ ਉਹਦੇ ਖਿਲਾਫ ਆ, ਮਗਰ ਬਾਕੀ ਕਪਤਾਨ ਸਾਹਿਬ ਨੇ ਵੀ ਮੋਦੀ ਵਾਲੀ ਕੀਤੀ, ਅੱਜ ਕੋਈ ਫਰਕ ਵਾਲਾ ਕੀਤਾ ਨਹੀਂ। ਤੁਹਾਨੂੰ ਸਪਸ਼ਟ ਜੀ ਗੱਲ ਦੱਸ ਦਿਆਂ, ਵੱਡਾ ਮੋਦੀ ਛੋਟਾ ਮੋਦੀ ਭਾਈ ਭਾਈ ਬਣਾਤਾ ਲੋਕਾਂ ਨੂੰ ਬੁੱਧੂ ਹੈ। ਦੇਖੋ ਜੇ ਉਹ ਨਾ ਦੇਣਗੇ ਹਾਲਾਤ ਤਾਂ ਬਣੀ ਜਾਣੇ, ਕੰਮ ਕੋਈ ਹੋ ਰਿਹਾ ਹੋਰ। ਉਹ ਤਾਂ ਉਹਨਾਂ ਨੇ ਇਹਨਾਂ ਨੂੰ ਕਿਸੇ ਕਾਂਗਰਸੀ ਨੇ ਇਹ ਗੱਲ ਕਹਿਤੀ ਅਸਤੀਫਾ ਦੇ ਦਿਓ, ਨਹੀਂ ਤਾਂ ਲੋਕਾਂ ਨੇ ਉਹੀ ਲੈ ਲੈਣਾ, ਲਾ ਲੈਣਾ ਸਾਨੂੰ, ਕਰਦੇ ਤਾਂ ਅਸੀਂ ਕੁਝ ਹੈ ਨਹੀਂ। ਫਾਰਮ ਹਾਊਸ 'ਚ ਤਾਂ ਅਸਤੀਫਾ ਦਿਓ ਨਾ ਦਿਓ ਕੋਈ ਗੱਲ ਰਹਿਣਾ ਫਾਰਮ ਹਾਊਸ।
ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।